ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਡੈਡੀ ਜੀ। ਸਤਿ ਸ੍ਰੀ ਅਕਾਲ। ਅਮਨ ਬੇਟਾ ਅੱਜ ਰਿਜ਼ਲਟ ਹੀ ਤੇਰਾ ਕੀ ਬਣਿਆ? ਹਾਂਜੀ ਡੈਡੀ ਜੀ, ਮੈਂ ਹੋ ਗਈ ਪਾਸ ਫਸਟ ਟਾਈਮ ਕਲਾਸ ਚ। ਧੀ ਮੇਰੀ ਨੇ ਦਿਨ ਪਿਆ ਰਾਤ ਮਿਹਨਤ ਕੀਤੀ ਤੇ ਚੱਲ ਇਹ ਮਿਹਨਤ ਦਾ ਫਲ ਤੇ ਪੁੱਤ ਮਿਲਦਾ ਹੀ। ਮੈਂ ਪਾਣੀ ਲੈ ਕੇ ਆਵਾਂ? ਹਾਂਜੀ ਅਮਨ ਬੇਟਾ ਅੱਗੇ ਕੀ ਵਿਚਾਰ ਬਣਾਇਆ, ਅੱਗੇ ਕੀ ਕਰਨਾ? ਅਜੇ ਤਾਂ ਕੁੜੀ ਆਈ ਹੈ ਸਕੂਲੋਂ ਤੇ ਰੋਟੀ ਪਾਣੀ ਖਾ ਲੈਣ ਦੋ, ਬਾਅਦ ਚ ਸਹਿਜ ਭਾਅ ਨਾਲ ਪੁੱਛ ਲਈ ਉਹਨੂੰ ਕਿ ਅੱਗੇ ਕੀ ਕਰਨਾ ਬੇਟੀ ਨੂੰ। ਪੁੱਤ ਪਵਨ ਜਾ ਰੋਟੀ ਪਾਣੀ ਖਾ ਲੈ ਤੇ ਨਾਲੇ ਰੈਸਟ ਕਰ, ਘੜੀ ਲੰਮੇ ਪੈ ਜਾ। ਉਹ ਤਾਂ ਪਾਸ ਤੋਂ ਹੋ ਗਈ ਆ, ਅੱਗੋਂ ਹੁਣ ਕਿਹੜੀ ਪੜ੍ਹਾਈ ਤੂੰ ਕਰਨੀ ਆ? ਡੈਡੀ ਤੇਰੇ ਮੈਨੂੰ ਪੁੱਛਦੇ ਪਏ ਸੀ ਵੀ ਕਿਹੜਾ ਕੋਰਸ ਕਰਨਾ, ਤੇ ਤੂੰ ਸੋਚਿਆ ਵਾ ਵੀ ਕਿਹੜਾ ਕੋਰਸ ਕਰਨਾ? ਹੁਣ ਮੇਰਾ ਪੁੱਤ ਆਈਲੈਟਸ ਕਰੂਗਾ, ਉਹਨੂੰ ਆਈਲੈਟਸ ਚ ਐਡਮਿਸ਼ਨ ਦਵਾ ਕੇ ਆਉਣਾ। ਆਹੋ ਚਾਹੀਦਾ ਹੀ ਆ ਕਿ ਘਰੋਂ ਵੀ ਇਹਦੀ ਐਡਮਿਸ਼ਨ ਕਰੀ ਦੀ ਆਈ ਕਰਾ ਦੋ ਸਗੋਂ ਹੁਣ। ਠੀਕ ਆ ਪੁੱਤ? ਪਰ ਡੈਡੀ ਜੀ ਪੁੱਤ ਮੇਰੀ ਗੱਲ ਸੁਣ, ਆਈਲੈਟਸ ਦਾ ਜਿਹੜਾ ਸਭ ਤੋਂ ਵਧੀਆ, ਬਾਹਰ ਜਾਏਂਗੀ ਆਪਣੀ ਕਮਾਈ ਕਰੇਗੀ, ਤੂੰ ਮੇਰੇ ਨਾਲ ਚੱਲ, ਆਈਲੈਟਸ ਤੈਨੂੰ ਐਡਮਿਸ਼ਨ ਦਵਾ ਕੇ ਆਉਣਾ। ਠੀਕ ਆ ਨਾ? ਇਹ ਤੋਂ ਵਧੀਆ ਹੋਰ ਕੋਰਸ ਕੋਈ ਨਹੀਂਗਾ। ਠੀਕ ਹੈ ਡੈਡੀ ਜੀ, ਜਿੱਦਾਂ ਤੁਸੀਂ ਠੀਕ ਸਮਝੋ ਉਦਾਂ ਹੀ ਕਰ ਲੈਂਦੇ ਆ। ਡੈਡੀ ਤੇ ਮੈਨੂੰ ਆਈਲਟਸ ਕਰਨ ਵਾਸਤੇ ਬੋਲਦੇ ਪਏ ਆ, ਮੈਂ ਤੇ ਅੱਗੇ ਸਟੱਡੀ ਆਪਣੀ ਕਰਨੀ ਸੀ ਤੇ ਹੁਣ ਮੈਂ ਕਰਾਂ ਤੇ ਕੀ ਕਰਾਂ, ਉਹਨਾਂ ਨੂੰ ਮੈਂ ਮਨਾ ਵੀ ਨਹੀਂ ਕਰ ਸਕਦੀ। ਅਮਨ ਬੇਟਾ ਤਿਆਰ ਹੋ ਗਈ? ਹਾਂਜੀ ਡੈਡੀ ਜੀ, ਹੋ ਗਈ। ਚਲੋ ਫਿਰ ਚੱਲੀਏ। ਚੱਲ ਗਏ? ਨਹੀਂ ਤੁਸੀਂ ਕਰਾਏ ਕੋਈ ਐਡਮਿਸ਼ਨ? ਹਾਂਜੀ ਹਾਂਜੀ ਕਰਾਤੀ ਆ। ਅੱਛਾ ਹਾਂ ਚੱਲ ਪਵਨ ਪੁੱਤ ਇੱਥੇ ਬਹਿ, ਮੈਂ ਪਾਣੀ ਲਿਆਵਾਂ। ਅਮਨ ਬੇਟਾ ਤੇਰੀ ਐਡਮਿਸ਼ਨ ਕਰਾਤੀ ਆ, ਹੁਣ ਮਨ ਲਾ ਕੇ ਪੜ੍ਹਾਈ ਕਰਨੀ ਹੈ ਤੇ ਚੰਗੇ ਬੈਂਡ ਲੈ ਕੇ ਆਉਣੇ ਹੈ। ਹਾਂਜੀ ਡੈਡੀ ਜੀ। ਠੀਕ ਆ? ਕਿੱਦਾਂ ਕਮਨ ਕੀ ਹਾਲ ਆ? ਵਧੀਆ ਵਧੀਆ, ਤੂੰ ਦੱਸ ਮੈਂ ਵਧੀਆ ਠੀਕ ਠਾਕ। ਕਿੱਦਾਂ ਆਉਣੇ ਹੋਏ ਅੱਜ? ਮੈਂ ਬਾਜ਼ਾਰ ਗਈ ਸੀ ਤੇ ਮੈਂ ਸੋਚਿਆ ਪਵਨ ਨੂੰ ਮਿਲ ਕੇ ਜਾਂਦੀ ਆ। ਅੱਛਾ ਚੱਲ ਵਧੀਆ ਕੀਤਾ। ਆ ਲੋ ਪਾਣੀ। ਆਂਟੀ ਆਸ਼ੀਰਵਾਦ। ਸਤਿ ਸ੍ਰੀ ਅਕਾਲ। ਅੱਜ ਕਿੱਧਰ ਆਉਣੇ ਹੋਏ ਤੇਰੇ? ਮੈਂ ਗਈ ਸੀ ਬਾਜ਼ਾਰ ਤੇ ਮੈਂ ਸੋਚਿਆ ਪਵਨ ਨੂੰ ਮਿਲ ਕੇ ਜਾਂਦੀ ਹਾਂ ਘਰ। ਚੱਲ ਪੁੱਤ ਚੰਗਾ ਕੀਤਾ ਈ, ਆ ਗਈ ਆ। ਚੱਲ ਮੈਂ ਤੁਹਾਡੇ ਲਈ ਦੋਨਾਂ ਨੇ ਚਾਹ ਬਣਾ ਕੇ ਲਿਆਉਣੀ ਹੈ। ਅੱਛਾ ਕੀ ਗੱਲਾਂ ਬਾਤਾਂ ਮਾਰੋ ਉਹਨੇ ਚ। ਹੋਰ ਫਿਰ ਪਵਨ ਪਲੱਸ 2 ਤੋਂ ਬਾਅਦ ਕਿੱਥੇ ਐਡਮਿਸ਼ਨ ਲੈਣ ਦਾ ਸੋਚਿਆ? ਪਰ ਐਡਮਿਸ਼ਨ ਤੇ ਮੈਂ ਲੈਣੀ ਸੀ, ਮੈਂ ਅੱਗੇ ਆਪਣੀ ਸਟੱਡੀ ਕੰਟੀਨਿਊ ਰੱਖਣੀ ਸੀ, ਪਰ ਡੈਡੀ ਕਹਿੰਦੇ ਕਿ ਆਈਲਟਸ ਕਰਨੀ ਆ ਤੇ ਉਹ ਅੱਜ ਸਵੇਰੇ ਹੀ ਜਾ ਕੇ ਥੋੜਾ ਹੀ ਟਾਈਮ ਹੋਇਆ ਸਾਨੂੰ ਆਏ ਨੂੰ ਵਾਪਸ, ਤੇ ਮੇਰੀ ਆਈਲਟਸ ਸੈਂਟਰ ਵਿੱਚ ਜਾ ਕੇ ਐਡਮਿਸ਼ਨ ਕਰਾ ਰਹੇ ਆ। ਮੇਰਾ ਮਾਸਾ ਮੂਡ ਨਹੀਂ ਹੈਗਾ ਆਈਲਟਸ ਕਰਨ ਦਾ, ਨਾ ਹੀ ਮੈਨੂੰ ਕੋਈ ਇੰਟਰਸਟ ਵਾ। ਉਹੀ ਮੈਂ ਸੋਚਣ ਦੀ ਸੀ ਕਿ ਇਹ ਮੇਰੀ ਐਡਮਿਸ਼ਨ ਤੇ ਕਰਾ ਰਹੇ ਆ ਆਈਲਟਸ ਹੁਣ, ਤੇ ਜੇ ਮੇਰੇ ਬੈਂਡ ਨਾ ਆਏ ਤਾਂ ਮੈਂ ਕੀ ਕਰੂੰਗੀ ਗਾੜੀ, ਮੇਰੀ ਇਹਦਾ ਸਟੱਡੀ ਵੀ ਖਰਾਬ ਹੋ ਜਾਣੀ ਹੈ। ਪਵਨ ਤੂੰ ਕਦੋਂ ਦੱਸਿਆ ਹੀ ਨਹੀਂ ਕਿ ਤੂੰ ਅੱਗੇ ਸਟੱਡੀ ਕਰਨੀ ਆ। ਬਲਕਿ ਮੈਂ ਡੈਡੀ ਨੂੰ ਦੱਸਣ ਤੇ ਲੱਗੀ ਸੀ, ਪਰ ਜਿਹੜੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਮੈਨੂੰ ਉਹਨਾਂ ਨੂੰ ਮਨਾ ਕਰਨ ਨੂੰ ਦਿਲ ਹੀ ਨਹੀਂ ਕੀਤਾ, ਤੇ ਮੈਂ ਉਹਨਾਂ ਨੂੰ ਜਾ ਕੇ ਐਡਮਿਸ਼ਨ ਲੈ ਆਈ ਆ। ਅੰਕਲ ਹੁਣ ਤੇਰੀ ਐਡਮਿਸ਼ਨ ਤੇ ਕਰਾਏ ਆ ਆਈਲਟਸ ਵਿੱਚ, ਪਰ ਮੇਰੀ ਇੱਕ ਸਲਾਹ ਮੰਨ ਹੁਣ। ਇਦਾਂ ਕਰ ਤੂੰ ਨਾ ਨਾਲੇ ਆਪਣੀ ਸਟੱਡੀ ਵੀ ਕੰਟੀਨਿਊ ਕਰੀ ਜਾ। ਉਹ ਕਿੱਦਾਂ ਹੋ ਸਕਦਾ?
ਤੂੰ ਪ੍ਰਾਈਵੇਟ ਐਡਮਿਸ਼ਨ ਲੈ ਲਾ ਕਿਸੇ ਵੀ ਕਾਲਜ ਵਿੱਚ। ਪ੍ਰਾਈਵੇਟ ਐਡਮਿਸ਼ਨ ਤੇ ਲੱਲਾ, ਪਰ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਫਿਰ, ਪਰ ਘਰ ਤੇ ਮੈਨੂੰ ਦੱਸਣਾ ਹੀ ਪੈਣਾ ਵਾ ਨਾ। ਏਦਾਂ ਕਰੀ ਆਂਟੀ ਨੂੰ ਦੱਸ ਦੀ, ਆਂਟੀ ਨਾਲ ਸਲਾਹ ਕਰਕੇ ਫਿਰ ਐਡਮਿਸ਼ਨ ਲੈ ਲਈ ਤੇ ਅੰਕਲ ਨੂੰ ਤੇ ਹੌਲੀ ਹੌਲੀ ਆਪੇ ਪਤਾ ਲੱਗ ਹੀ ਜਾਣਾ ਵਾ, ਕੁਝ ਨਹੀਂ ਕਹਿਣਾ ਹੈਗਾ ਅੰਕਲ ਨੇ। ਚਲ ਠੀਕ ਆ, ਮੈਂ ਇਦਾਂ ਕਰਦੀ ਆ, ਕੱਲ ਨੂੰ ਜਾ ਕੇ ਮੈਂ ਐਡਮਿਸ਼ਨ ਲੈ ਚੱਲ ਆਉਂਦੀ। ਠੀਕ ਆ ਪਵਨ, ਮੈਂ ਲੇਟ ਹੁੰਦੀ ਆ, ਮੇਰੇ ਮੰਮਾ ਵੇਟ ਕਰਨ ਦੇ ਹੋਣੇ ਮੇਰੀ, ਤੇ ਤੂੰ ਮੰਮਾ ਆਪਣੇ ਨਾਲ ਸਲਾਹ ਕਰਕੇ ਫਿਰ ਮੈਨੂੰ ਦੱਸ ਦੀ, ਫਿਰ ਆਪਾਂ ਇਕੱਠੇ ਐਡਮਿਸ਼ਨ ਲਵਾਂਗੇ ਕਾਲਜ 'ਚ। ਹਾਂ ਚਲ ਠੀਕ ਆ। ਹਾਂ ਚੱਲ। ਗੱਲ ਤੇ ਪਲਕ ਦੀ ਸਹੀ ਆ ਕਿ ਜਿੱਦਾਂ ਉਹ ਬੋਲਦੀ ਪਈ ਆ ਕਿ ਪ੍ਰਾਈਵੇਟ ਐਡਮਿਸ਼ਨ ਲੈ ਲਾ, ਜੇ ਮੈਂ ਪ੍ਰਾਈਵੇਟ ਐਡਮਿਸ਼ਨ ਲੈ ਲੈਂਦੀ ਆ ਤੇ ਮੇਰੀ ਸਟੱਡੀ ਵੀ ਗਾੜੀ ਕੰਟੀਨਿਊ ਰਹੂਗੀ, ਪਰ ਇਹਦੇ ਲਈ ਮੈਨੂੰ ਘਰ ਪਹਿਲਾਂ ਦੱਸਣਾ ਪੈਣਾ ਵਾ, ਤੇ ਜੇ ਮੈਂ ਮੰਮੀ ਨਾਲ ਵੀ ਸਲਾਹ ਕਰਦੀ ਆ ਤੇ ਉਹਨਾਂ ਨੇ ਮਨਾ ਕਰਤਾ ਤੇ ਤਾਂ ਵੀ ਮੈਂ ਇਦਾਂ ਕਰਦੀ ਕਿ ਪਹਿਲਾਂ ਕਾਲਜ ਜਾ ਕੇ ਐਡਮਿਸ਼ਨ ਦਾ ਪ੍ਰੋਸੈਸ ਪਤਾ ਕਰ ਲੈਂਦੀ ਆ ਕਿ ਕੀ ਆ, ਤੇ ਉਸ ਤੋਂ ਬਾਅਦ ਹੀ ਮੰਮੀ ਨਾਲ ਗੱਲ ਕਰੂੰਗੀ। ਬਸ ਦਾ ਵੀ ਟਾਈਮ ਹੋ ਗਿਆ ਤੇ ਹੁਣ ਮੈਂ ਚੱਲਦੀ ਆ। ਇਦਾਂ ਕਰਦੀ, ਪਹਿਲਾਂ ਮੈਂ ਆਪਣੀ ਆਈਲਟਸ ਦੀ ਕਲਾਸ ਅਟੈਂਡ ਕਰ ਲੂੰਗੀ ਤੇ ਫਿਰ ਮੈਂ ਕਾਲਜ ਜਾ ਕੇ ਤੇ ਐਡਮਿਸ਼ਨ ਦਾ ਵੀ ਪਤਾ ਕਰ ਲੂੰਗੀ ਕਿ ਕੀ ਪ੍ਰੋਸੈਸ ਆ। ਮੰਮੀ ਮੈਂ ਚੱਲੀ ਜੇ। ਚੱਲ ਕੋਈ ਨਹੀਂ ਪੁੱਤ, ਜਾ ਤੂੰ ਤੇ ਟਾਈਮ ਨਾਲ ਆ ਜੀ ਘਰੇ। ਹਾਂਜੀ ਮੰਮਾ ਠੀਕ। ਹੋਰ ਸੁਣ। ਐਡਮਿਸ਼ਨ ਤੇ ਮੈਂ ਪਤਾ ਕਰ ਆਈ ਆ, ਤੇ ਹੁਣ ਮੈਨੂੰ ਮੰਮੀ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਮੈਂ ਬੁੱਕਸ ਵਗੈਰਾ ਵੀ ਲੈਣੀਆਂ ਵਾ ਤੇ ਫਿਰ ਮੈਨੂੰ ਪੈਸੇ ਵੀ ਚਾਹੀਦੇ ਆ। ਤੇ ਮੈਂ ਇਦਾਂ ਕਰਦੀ, ਹੁਣ ਪਹਿਲਾਂ ਮੰਮੀ ਨਾਲ ਗੱਲ ਕਰ ਲਾਂ ਤੇ ਅੱਗੇ ਦਾ ਬਾਅਦ ਚ ਸੋਚਾਂਗੇ ਕੀ ਹੋਊਗਾ ਫਿਰ। ਸਤਿ ਸ਼੍ਰੀ ਅਕਾਲ ਮੰਮਾ। ਸੱਸ ਨੂੰ ਪੁੱਤ। ਮੰਮਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਪੁੱਤ। ਮੰਮੀ ਮੈਂ ਅੱਜ ਕੋਚਿੰਗ ਸੈਂਟਰ ਗਈ, ਕੱਲ ਮੇਰੀ ਡੈਡੀ ਐਡਮਿਸ਼ਨ ਕਰਾ ਕੇ ਆਈ ਨਾ, ਮੈਂ ਕਲਾਸ ਅਟੈਂਡ ਕੀਤੀ ਸੀ ਤੇ ਵਧੀਆ ਲੱਗੀ ਮੈਨੂੰ ਵੈਸੇ ਕਲਾਸ, ਪਰ ਉਸ ਤੋਂ ਬਾਅਦ ਮੈਂ ਕਲਾਸ ਅਟੈਂਡ ਕਰਨ ਤੋਂ ਬਾਅਦ ਮੈਂ ਆਪਣੀ ਫਰੈਂਡ ਦੇ ਨਾਲ ਕਾਲਜ ਗਈ ਸੀ ਤੇ ਮੈਂ ਉੱਥੇ ਵੀ ਐਡਮਿਸ਼ਨ ਕਰਾਈ। ਅੱਛਾ ਪੁੱਤ, ਉੱਥੇ ਤੂੰ ਕਾਹਦੀ ਐਡਮਿਸ਼ਨ ਕਰਾਈ? ਮੈਂ ਮੰਮੀ ਐਕਚੁਅਲੀ ਜਦ ਅੱਗੇ ਆਪਣੀ ਨਾ ਸਟੱਡੀ ਕੰਟੀਨਿਊ ਰੱਖਣੀ ਸੀ, ਪਰ ਡੈਡੀ ਜੀ ਦੇ ਕਹਿਣ ਦਾ ਕਰਕੇ ਉਹ ਕਹਿੰਦੇ ਵੀ ਤੂੰ ਆਈਲਟਸ ਕਰ, ਤੇ ਮੈਂ ਉਹਨਾਂ ਨੂੰ ਮਨਾ ਨਹੀਂ ਕੀਤਾ ਹੈਗਾ ਕਿ ਮੈਂ ਦੱਸਣਾ ਵੀ ਨਹੀਂ, ਤੇ ਫਿਰ ਮੈਂ ਡਰਦੀ ਨੇ ਕੁਝ ਦੱਸਿਆ ਵੀ ਨਹੀਂ। ਫਿਰ ਮੈਂ ਸੋਚਦੀ ਪਈ ਸੀ ਕਿ ਹੁਣ ਮੈਂ ਅੱਗੇ ਜੇ ਐਡਮਿਸ਼ਨ ਲੈ ਲੈਣੀ ਆ ਫਿਰ ਮੈਂ ਘਰਦਿਆਂ ਨੂੰ ਦੱਸ ਦੂੰਗੀ ਕਿ ਮੈਂ ਅੱਗੇ ਆਪਣੀ ਸਟੱਡੀ ਵੀ ਕੰਟੀਨਿਊ ਰੱਖਣੀ ਤੇ ਨਾਲ ਆਈਲਟਸ ਵੀ ਕਰ ਲੈਣੀ ਹੈ। ਪੁੱਤ ਫਿਰ ਵੀ ਤੈਨੂੰ ਘਰ 'ਚ ਤੇ ਗੱਲ ਕਰਨੀ ਚਾਹੀਦੀ ਸੀ ਨਾ, ਮੇਰੇ ਨਾਲ ਹੀ ਗੱਲ ਕਰ ਲੈਂਦੀ ਤੂੰ। ਜੇ ਉਹਨਾਂ ਨੂੰ ਪਤਾ ਲੱਗਾ ਨਾ ਡੈਡੀ ਤੇਰੇ ਨੂੰ, ਤੇ ਫਿਰ ਉਹਨਾਂ ਨੇ ਵੀ ਮੈਨੂੰ ਵੀ ਗੁੱਸਾ ਕਰਨਾ ਇਸ ਗੱਲ ਦਾ। ਕੋਈ ਗੱਲ ਨਹੀਂ ਮੰਮੀ, ਮੈਂ ਉਹਨਾਂ ਨੂੰ ਦੱਸ ਦੂੰਗੀ। ਮੈਂ ਇਸੇ ਕਰਕੇ ਤੁਹਾਡੇ ਨਾਲ ਹੁਣ ਆਉਂਦਿਆਂ ਹੀ ਗੱਲ ਕਰਤੀ ਆ, ਮੰਮੀ ਐਡਮਿਸ਼ਨ ਲੈ ਕੇ ਆਈ ਆ। ਤੈਨੂੰ ਪਤਾ ਕੋਈ ਗੱਲ ਨਹੀਂ, ਜੇ ਐਡਮਿਸ਼ਨ ਕਰਵਾ ਵੀ ਆਈ ਆ ਨਾ ਤੇ ਇੰਨੀ ਗੱਲ ਆਪਣੇ ਪਿਓ ਦੇ ਕੰਨਾਂ ਥਾਂ ਨਹੀਂ ਕਰਦੀ, ਉਹਨਾਂ ਨੂੰ ਦੱਸ ਦੇ ਤੂੰ। ਹਾਂਜੀ ਮੰਮੀ ਕੋਈ ਨਹੀਂ, ਮੈਂ ਦੱਸ ਦੂੰਗੀ। ਮੰਮੀ ਮੈਨੂੰ ਮੈਂ ਬੁੱਕਸ ਲੈਣੀਆਂ ਸੀ ਤੇ ਮੈਨੂੰ ਥੋੜੇ ਪੈਸੇ ਚਾਹੀਦੇ। ਕੋਈ ਗੱਲ ਨਹੀਂ ਪੁੱਤ, ਜਦੋਂ ਤੂੰ ਬੁੱਕਸਾਂ ਲਿਆਉਣੀਆਂ ਨੇ ਨਾ ਉਦੋਂ ਮੈਨੂੰ ਦੱਸਿਓ, ਮੈਂ ਤੁਹਾਨੂੰ ਪੈਸੇ ਦੇ ਦਾਂਗੀ, ਤੁਸੀਂ ਆਪੇ ਜਾ ਕੇ ਲੈ ਆਇਓ ਬਾਜ਼ਾਰੋਂ। ਹਾਂਜੀ ਮੰਮਾ ਠੀਕ। ਪਵਨ ਦਾ ਸੈਂਟਰ ਤੇ ਇੱਧਰ ਵਾ, ਪਵਨ ਇਹ ਰੋਡ ਤੇ ਕੀ ਕਰਨ ਡਈ ਆ?
ਕਾਲਜ ਗਰੁੱਪ 'ਚ ਮੈਸੇਜ ਦੇਖਾਂ ਕੀ ਮੈਸੇਜ ਆਇਆ ਵਾ। ਐਗਜ਼ਾਮ ਡੇਟ ਸ਼ੀਟ ਆ ਵੀ ਗਈ। 14 ਤਰੀਕ ਤੋਂ ਪੇਪਰ ਸਟਾਰਟ ਆ ਤੇ 14 ਤਰੀਕ ਨੂੰ ਮੇਰਾ ਆਈਲਟਸ ਦਾ ਐਗਜ਼ਾਮ ਵੀ ਆ। ਮੈਂ ਦੋਨੋਂ ਐਗਜ਼ਾਮ ਇਦਾਂ ਕਿੱਦਾਂ ਦਊਂਗੀ? ਜੇ ਮੈਂ ਆਈਲਟਸ ਦਾ ਐਗਜ਼ਾਮ ਨਹੀਂ ਦਿੰਦੀ ਤੇ ਫਿਰ ਡੈਡੀ ਜੀ ਨੇ ਵੀ ਬੋਲਣਾ ਵਾ ਕਿ ਤੂੰ ਐਗਜ਼ਾਮ ਨਹੀਂ ਦਿੱਤਾ ਤੇ ਮੈਂ ਦੂਸਰਾ ਐਗਜ਼ਾਮ ਵੀ ਛੱਡ ਨਹੀਂ ਸਕਦੀ। ਹੁਣ ਮੈਂ ਕੀ ਕਰਾਂ? ਮੈਂ ਇਦਾਂ ਕਰਦੀ ਆ ਕਿ ਮੈਂ ਆਪਣਾ ਐਗਜ਼ਾਮ ਦੇਣੀ ਆ ਆਈਲਟਸ ਦਾ। ਵੈਸੇ ਵੀ ਮੇਰਾ ਪਤਾ ਨਹੀਂ ਹੈਗਾ ਕਿ ਮੇਰੇ ਬੈਂਡ ਆਉਣੇ ਕਿ ਨਹੀਂ ਹੋਣੇ ਹੈਗੇ, ਤੇ ਜੇ ਮੈਂ ਆਪਣਾ ਉਹ ਐਗਜ਼ਾਮ ਨਾ ਦਿੱਤਾ ਤੇ ਮੇਰੀ ਸਟੱਡੀ ਵੀ ਖਰਾਬ ਹੋ ਜਾਣੀ ਆ। ਤੇ ਇੱਧਰ ਤੇ ਮੈਨੂੰ ਪਤਾ ਹੀ ਹੈ ਕਿ ਮੈਂ ਪਾਸ ਹੋ ਜਾਣਾ ਤੇ ਉੱਧਰ ਮੇਰੇ ਬੈਂਡ ਨਹੀਂ ਹੋਣੇ ਹੈਗੇ, ਤੇ ਮੈਂ ਆਪਣਾ ਇਹੋ ਹੀ ਐਗਜ਼ਾਮ ਦੇਣੀ ਆ। ਇੱਦਾਂ ਕਰਦੇ ਮੈਂ ਤਿਆਰ ਹੋ ਜਾ, ਮੇਰਾ ਟਾਈਮ ਵੀ ਹੋ ਗਿਆ, ਮੈਂ ਲੇਟ ਹੋ ਜਾਣਾ ਨਹੀਂ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ। ਅੱਜ ਤੇਰਾ ਰਿਜ਼ਲਟ ਹੀਗਾ, ਹਾਂਜੀ ਡੈਡ ਜੀ। ਕਿੱਦਾਂ ਰਿਹਾ ਫਿਰ? ਡੈਡ ਜੀ ਮੈਂ ਐਗਜ਼ਾਮ ਨਹੀਂ ਗਾ ਦਿੱਤਾ ਹੈਗਾ। ਕਿਉਂ, ਕੀ ਗੱਲ? ਐਕਚੁਅਲੀ ਡੈਡ ਜੀ ਇਦਾਂ ਹੋਇਆ ਕਿ ਤੁਸੀਂ ਮੈਨੂੰ ਆਈਲਟਸ ਕਰਨ ਵਾਸਤੇ ਪਾਇਆ ਤੇ ਹੈਗਾ ਹੀ, ਪਰ ਮੈਂ ਤੁਹਾਨੂੰ ਬਿਨਾਂ ਦੱਸੇ ਤੋਂ ਹੀ ਆਪਣੀ BCA ਵਿੱਚ ਐਡਮਿਸ਼ਨ ਲਈ ਤੇ ਉੱਧਰ ਵੀ ਆਪਣਾ ਨਾਲ ਹੀ ਸਟੱਡੀ ਕਰਦੀ ਪਈ ਸੀ। ਤੇ ਮੇਰਾ ਜਿਹੜਾ ਡੇਟ ਸ਼ੀਟ ਜਦੋਂ ਆਈ ਤੇ ਮੇਰਾ ਐਗਜ਼ਾਮ ਵੀ ਉਸੇ ਦਿਨ ਹੀ ਤੇ ਮੇਰਾ ਆਈਲਟਸ ਦਾ ਐਗਜ਼ਾਮ ਵੀ ਉਸੇ ਦਿਨ ਹੀ। ਤੇ ਮੈਂ ਸੋਚਿਆ ਕਿ ਕਿਉਂਕਿ ਮੇਰਾ ਇੰਟਰਸਟ ਨਹੀਂ ਹੈਗਾ ਕੋਈ ਵੀ ਆਈਲਟਸ ਵਿੱਚ, ਮੈਨੂੰ ਪਤਾ ਹੈ ਕਿ ਮੇਰੇ ਕੋਲ ਕਲੀਅਰ ਨਹੀਂ ਹੋਣਾ ਹੈਗਾ ਕਿ ਮੇਰੇ ਕੋਲ ਮੇਰੇ ਬੈਂਡ ਵੀ ਨਹੀਂ ਹੋਣੇ ਹੈਗੇ, ਤੇ ਇਸ ਲਈ ਮੈਂ ਸਹੀ ਸਮਝਿਆ ਕਿ ਮੈਂ ਆਪਣਾ ਐਗਜ਼ਾਮ ਦੇਵਾਂ ਤੇ ਗਾੜੀ ਮੇਰੀ ਸਟੱਡੀ ਕੰਪਲੀਟ ਹੋ ਜਾਏ। ਕਿਉਂਕਿ ਜੇ ਮੈਂ ਇੱਧਰ ਦਿੰਦੀ ਟੈਸਟ ਤੇ ਮੇਰਾ ਨਹੀਂ ਗਾ ਕਲੀਅਰ ਹੋਣਾ ਹੈਗਾ ਕਿ ਮੇਰਾ ਉੱਧਰ ਵੀ ਨਹੀਂ ਕੰਮ ਹੋਣਾ ਤੇ ਇੱਧਰ ਵੀ ਨਹੀਂ ਹੋਣਾ, ਤੇ ਮੈਂ ਇਸ ਕਰਕੇ ਆਈਲਟਸ ਦਾ ਐਗਜ਼ਾਮ ਨਹੀਂ ਦਿੱਤਾ ਹੈਗਾ। ਤੇ ਪੁੱਤ ਫਿਰ ਮੈਨੂੰ ਦੱਸਿਆ ਕਿਉਂ ਨਹੀਂ ਤੂੰ? ਡੈਡ ਜੀ ਮੈਂ ਤੁਹਾਨੂੰ ਦੱਸਣਾ ਹੀ, ਪਰ ਮੈਂ ਡਰਦੀ ਨੇ ਨਹੀਂ ਤੁਹਾਨੂੰ ਦੱਸਿਆ ਕਿਉਂਕਿ ਜਦੋਂ ਤੁਸੀਂ ਮੈਨੂੰ ਕਿਹਾ ਕਿ ਬੇਟਾ ਆਈਲਟਸ ਕਰਨੀ ਆ ਤੇ ਅੱਗੇ ਮੈਂ ਤੁਹਾਨੂੰ ਬੋਲਣਾ ਚਾਹੁੰਦੀ ਕਿ ਮੈਂ ਆਈਲਟਸ ਨਹੀਂ ਕਰਨੀ, ਮੇਰਾ ਨਹੀਂ ਇੰਟਰਸਟ ਹੈਗਾ, ਮੈਂ ਆਪਣੀ ਸਟੱਡੀ ਗਾੜੀ ਕੰਟੀਨਿਊ ਰੱਖਣੀ ਆ। ਪਰ ਜੇ ਤੁਸੀਂ ਇੰਨੀ ਗੱਲ ਕਹਤੀ ਤੇ ਮੇਰੀ ਹਿੰਮਤ ਨਹੀਂ ਪਈ ਤੁਹਾਨੂੰ ਦੱਸਣ ਦੀ। ਚੱਲ ਕੋਈ ਗੱਲ ਨਹੀਂ। ਇਹ ਕਿੱਦਾਂ ਰਿਹਾ ਰਿਜ਼ਲਟ? ਹਾਂਜੀ ਡੈਡ ਜੀ ਮੈਂ ਪਾਸ ਹੋ ਗਈ, ਮੈਂ ਟੌਪ ਕੀਤਾ ਕਾਲਜ ਵਿੱਚ। ਸ਼ਾਬਾਸ਼, ਵੈਰੀ ਗੁੱਡ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਹੋਪ ਕਿ ਸਾਰੇ ਵਧੀਆ ਹੀ ਹੋਵੋਗੇ। ਅਸੀਂ ਆਪਣੀ ਸਟੋਰੀ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕਈ ਪੇਰੈਂਟਸ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਣੀ ਬੱਚੇ ਦੀ ਸਟੱਡੀ ਆਉਣ ਵਾਲੀ ਲਾਈਫ ਦਾ ਫੈਸਲਾ ਪਹਿਲਾਂ ਹੀ ਕਰ ਲੈਂਦੇ ਨੇ ਕਿ ਉਹਨਾਂ ਨੇ ਅੱਗੇ ਆਪਣੀ ਲਾਈਫ ਵਿੱਚ ਕੀ ਕਰਨਾ ਵਾ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਬਾਰੇ ਨਹੀਂ ਸੋਚਣਾ ਚਾਹੀਦਾ, ਪਰ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਇੱਕ ਵਾਰੀ ਪੁੱਛਣਾ ਜ਼ਰੂਰ ਚਾਹੀਦਾ ਵਾ ਕਿ ਕਿਤੇ ਉਹਨਾਂ ਨੇ ਆਪਣੀ ਲਾਈਫ ਬਾਰੇ ਤਾਂ ਪਹਿਲਾਂ ਤਾਂ ਨਹੀਂ ਸੋਚਿਆ ਹੈਗਾ ਕਿ ਉਹ ਕੀ ਕਰਨਾ ਚਾਹੁੰਦੇ ਆ। ਕਿਉਂਕਿ ਅਗਰ ਪੇਰੈਂਟਸ ਇਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਦੀ ਲਾਈਫ ਬਾਰੇ ਪਹਿਲਾਂ ਸੋਚ ਲੈਂਦੇ ਨੇ ਤੇ ਜਦੋਂ ਉਹ ਸਟੱਡੀ ਉਹਨਾਂ ਦੀ ਕੰਪਲੀਟ ਹੁੰਦੀ ਤੇ ਇੱਕਦਮ ਉਹਨਾਂ ਨੂੰ ਬੋਲ ਦਿੰਦੇ ਆ ਕਿ ਤੁਸੀਂ ਅੱਗੇ ਸਟਰੀਮ ਵਿੱਚ ਜਾਣਾ ਵਾ, ਤੇ ਬੱਚਾ ਉਹਨਾਂ ਦੇ ਕਹਿਣ ਕਰਕੇ ਉਸ ਸਟਰੀਮ ਨੂੰ ਜੁਆਇਨ ਤੇ ਕਰ ਲੈਂਦਾ, ਪਰ ਉਹ ਉਸ ਤੇ ਖਰਾ ਨਹੀਂ ਉਤਰਦਾ ਕਿਉਂਕਿ ਉਹਦੇ ਆਪਣੇ ਵੀ ਕੁਝ ਸੁਪਨੇ ਡ੍ਰੀਮਸ ਵਗੈਰਾ ਹੁੰਦੇ ਨੇ ਜੋ ਉਸਨੇ ਆਪਣੀ ਲਾਈਫ ਨੂੰ ਲੈ ਕੇ ਵੇਖੇ ਹੁੰਦੇ ਨੇ। ਪਰ ਜਦੋਂ ਪੇਰੈਂਟਸ ਕਹਿੰਦੇ ਨੇ ਕਿ ਤੁਸੀਂ ਆਹ ਕੋਰਸ ਕਰੋ ਇਸ ਸਟਰੀਮ ਵਿੱਚ, ਜੋ ਬੱਚਾ ਕਰੂਗਾ ਤੇ ਸਹੀ ਪਰ ਕਦੀ ਵੀ ਉਹ ਵਿੱਚ ਸੈੱਟ ਨਹੀਂ ਹੋਊਗਾ, ਕਿਉਂਕਿ ਉਹ ਜੋ ਕਰਨਾ ਚਾਹੁੰਦਾ ਵਾ ਉਹ ਆਪਣਾ ਸੁਪਨਾ ਵੀ ਪੂਰਾ ਨਹੀਂ ਕਰ ਸਕਦਾ ਤੇ ਆਪਣੇ ਮਾਪਿਆਂ ਦਾ ਸੁਪਨਾ ਵੀ ਪੂਰਾ ਨਹੀਂ ਕਰ ਸਕਦਾ। ਇਸ ਲਈ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਬੱਚੇ ਦੀ ਲਾਈਫ ਬਾਰੇ ਸੋਚੋ ਜ਼ਰੂਰ, ਪਰ ਇੱਕ ਵਾਰੀ ਉਸ ਨੂੰ ਜ਼ਰੂਰ ਪੁੱਛ ਲਵੋ ਕਿ ਉਸਨੇ ਕੁਝ ਸੋਚਿਆ ਤਾਂ ਨਹੀਂ ਆ ਵੀ ਅੱਗੇ ਕੀ ਬਣਨਾ ਚਾਹੁੰਦਾ ਵਾ। ਬਾਕੀ ਆਸ ਹੈ ਕਿ ਤੁਹਾਨੂੰ ਸਾਡੀਆਂ ਸਟੋਰੀਜ਼ ਵਧੀਆ ਲੱਗਦੀਆਂ ਹੋਣਗੀਆਂ। ਜੇਕਰ ਤੁਹਾਨੂੰ ਸਾਡੀ ਅੱਜ ਦੀ ਸਟੋਰੀ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਸਟੋਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।